ਰਾਮ ਸਰੂਪ ਅਣਖੀ ਦਾ ਨਾਵਲ ਭੀਮੀ ਦਾ 41 ਵਾਂਗ ਬਾਕੀ ਦਾ ਭਾਗ। ਵਿਆਹ ਹੋ ਗਿਆ ਮੱਖਣ ਦਾ, ਬਹੂ ਘਰ ਆ ਗਈ, ਜਿਵੇਂ ਹਨੇਰੇ ਘਰ 'ਚ ਗੈਸ ਦਾ ਚਾਨਣ ਹੋ ਗਿਆ ਹੋਵੇ। ਪਰ ਗੱਜਾ ਸੌਂ ਦੀ ਕਬੀਲਦਾਰੀ ਹੋਰ ਥੱਲੇ ਗਰਕ ਗਈ। ਵਿਆਹ ਮੁੰਡੇ ਦਾ ਹੋਵੇ ਚਾਹੇ ਕੁੜੀ ਦਾ, ਓਨਾ ਹੀ ਖਰਚ ਹੁੰਦਾ ਹੈ। ਇੱਕ ਤਰ੍ਹਾਂ ਨਾਲ ਘਰ ਮੁੱਦੇ ਮੂੰਹ ਡਿੱਗਦਾ ਹੈ। ਖਰਚ ਹੀ ਖਰਚ, ਚੀਜ਼ਾਂ ਨੂੰ ਅੱਗ ਲੱਗ ਜਾਂਦੀ ਹੈ, ਬਾਜ਼ਾਰ 'ਚੋਂ ਭਾਂਬੜ ਨਿਕਲਣ ਲੱਗਦੀ ਹੈ। ਇਸ ਵਾਰ ਵੀ 1 ਲੱਖ ਰੁਪਇਆ ਦੇਸਰਾਜ ਆੜ੍ਹਤੀਏ ਕੋਲੋਂ ਆਇਆ ਸੀ, ਪਰ 2 ਕਿੱਲੇ ਜ਼ਮੀਨ ਅੰਦਰ ਖਾਤੇ ਗਹਿਣੇ ਰੱਖਣੀ ਪਈ। ਕਬਜ਼ਾ ਚਾਹੇ ਗੱਜਾ ਸੂੰਹ ਦਾ ਹੀ ਰਹਿਣਾ ਸੀ, ਪਰ ਇਹ 2 ਕਿੱਲੇ ਦੇਸਰਾਜ ਦੇ ਨਾਂ ਹੋ ਚੁੱਕੇ ਸੀ। ਇਹਨਾਂ 2 ਕਿੱਲਿਆਂ ਦੀ ਪੈਦਾਵਾਰ ਹਾੜੀ ਸੋਹਣੀ ਗੱਜਾ ਸੂੰਹ ਨੇ ਇਮਾਨਦਾਰੀ ਨਾਲ ਦੇਸਰਾਜ ਨੂੰ ਉਹਦਾ ਹਿੱਸਾ ਪਹੁੰਚਾਉਣਾ ਸੀ। ਹੁਣ ਇਹ 2 ਕਿੱਲੇ ਜ਼ਮੀਨ 2 ਲੱਖ ਰੁਪਏ 'ਚ ਗਹਿਣੀ ਸੀ। ਗੱਜਾ ਸੂੰਹ ਨੂੰ ਜਿੱਥੇ ਪੈਸਿਆਂ ਦਾ ਵਿਆਜ ਦੇਣਾ ਬੰਦ ਹੋ ਗਿਆ, ਉੱਥੇ ਹੁਣ 2 ਕਿੱਲੇ ਜ਼ਮੀਨ ਦੀ ਪੈਦਾਵਾਰ ਦਾ ਹਿੱਸਾ ਦੇਸਰਾਜ ਨੂੰ ਦੇਣਾ ਪੈਂਦਾ। ਗੱਲ ਤਾਂ ਉੱਥੇ ਹੀ ਸੀ। ਦੇਸਰਾਜ ਆੜ੍ਹਤੀਆ ਕੱਚਾ ਆਦਮੀ ਨਹੀਂ ਸੀ, ਉਹ ਪੱਕਾ ਕਾਨੂੰਨੀ ਸੀ। ਪਹਿਲੇ ਸਮਿਆਂ ਵਾਂਗ ਉਹਨੇ 2 ਕਿੱਲਿਆਂ ਦੀ ਲਿਖਤ ਆਪਣੀ ਵਹੀ ਉੱਤੇ ਨਹੀਂ ਕੀਤੀ। ਪਟਵਾਰੀ ਤੋਂ 2 ਕਿੱਲਿਆਂ ਦੇ ਨੰਬਰ ਲੈ ਕੇ ਅਸ਼ਟਾਮ ਦੇ ਕਾਗਜ਼ ਉੱਤੇ ਅਰਜ਼ੀ ਨਵੀਸ ਤੋਂ ਕਚਹਿਰੀ 'ਚ ਪੱਕੀ ਲਿਖਤ ਕਰਾਈ ਸੀ। ਜਗਤਪੁਰ ਦੇ ਇੱਕ ਨੰਬਰਦਾਰ ਤੇ ਇੱਕ ਹੋਰ ਬੰਦੇ ਦੀ ਗਵਾਹੀ ਵੀ ਪਵਾਈ। ਕਿੰਨੇ ਚਾਅ ਨਾਲ ਗੱਜਾ ਸੂੰਹ ਨੇ ਪੈਨਸ਼ਨ ਆ ਕੇ 4 ਕਿੱਲੇ ਜ਼ਮੀਨ ਮੁੱਲ ਖਰੀਦੀ ਸੀ। ਉਹਦੇ ਕੀ ਸੁਪਨੇ ਸੀ। ਹੁਣ ਜਦੋਂ ਉਹਨੂੰ ਉਹਨਾਂ ਦੀ 4 ਕਿੱਲਿਆਂ 'ਚੋਂ ਅੱਧੀ ਜ਼ਮੀਨ ਗਹਿਣੇ ਧਰਨੀ ਪਈ ਤਾਂ ਉਹਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ। ਮਾਨਸਿਕ ਤੌਰ 'ਤੇ ਉਹਨੂੰ ਇੱਕ ਵੱਡਾ ਝਟਕਾ ਵੱਜਿਆ ਸੀ। ਦੂਜਾ ਵੱਡਾ ਝਟਕਾ ਉਹਨੂੰ ਮੱਖਣ ਦਾ ਵੱਜ ਗਿਆ। ਕਿੱਥੇ ਤਾਂ ਉਹਨੇ ਸੋਚਿਆ ਸੀ ਇਹ BA ਕਰਕੇ ਫੌਜ 'ਚ ਲੈਫਟੈਣੀ ਭਰਤੀ ਹੋਏਗਾ ਅਤੇ ਫਿਰ ਉਹਦੇ ਜਿਉਂਦੇ ਜੀ ਕਰਨਲ ਬਣ ਕੇ ਰਿਟਾਇਰ ਹੋਏਗਾ। ਕਿਤੇ ਹੁਣ ਉਹ ਮੱਖਣ ਕਾਲਜ ਦੀ ਪੜ੍ਹਾਈ ਵਿੱਚ ਘਰੋਂ ਹੀ ਛੱਡ ਕੇ ਘਰ ਆ ਬੈਠਾ ਸੀ। ਫਿਰ ਕੁੱਤੇ ਕੰਮਾਂ 'ਚ ਪੈ ਗਿਆ। ਤਖਾਣਾ ਦੀ ਛੁੱਟੜ ਕੁੜੀ ਉਹਦਾ ਨਸੀਬ ਬਣ ਗਈ। ਹੁਣ ਜਦ ਮੱਖਣ ਦਾ ਵਿਆਹ ਹੋ ਗਿਆ, ਘਰ 'ਚ ਮੋਰਨੀ ਵਰਗੀ ਸੁੰਦਰ ਛੈਲ ਬਹੂ ਆ ਗਈ, ਤਾਂ ਹੁਣ ਉਹ ਬਹੂ ਦੀ ਕੁੱਛੜ 'ਚ ਹੀ ਵੜਿਆ ਰਹਿੰਦਾ। ਖੇਤ ਮਸਾਂ ਜਾਂਦਾ। ਗੱਜਾ ਸੂੰਹ ਸੋਚਦਾ, ਅਸੀਂ ਕਿਹੜਾ ਕਦੇ ਬਹੂਆਂ ਨਹੀਂ ਦੇਖੀਆਂ। ਇਹ ਰਾਹ ਸਿਰ ਦੀਆਂ ਗੱਲਾਂ ਹੁੰਦੀਆਂ, ਇਹ ਨਹੀਂ ਵੀ ਬੰਦਾ ਤੀਵੀਂ ਦਾ ਹੀ ਹੋ ਕੇ ਰਹਿ ਜਾਏ। ਅਤੇ ਫਿਰ ਜਦੋਂ ਮੱਖਣ ਦੀ ਬਹੂ ਨੇ ਮੁੰਡਾ ਜੰਮਿਆ, ਘਰ 'ਚ ਜਿਵੇਂ ਬਹਾਰਾਂ ਆ ਗਈਆਂ ਹੋਣ। ਨਾਮੋ ਤੇ ਗੱਜਾ ਸੂੰਹ ਦਾ ਪੱਬ ਨਹੀਂ ਲੱਗਦਾ ਸੀ। ਦੂਜਾ ਮੁੰਡਾ ਹੋਇਆ ਤਾਂ ਜੋੜੀ ਹੋ ਗਈ ਪੁੱਤਾਂ ਦੀ। ਨਾਮੋ ਕਹਿੰਦੀ ਫਿਰਦੀ ਸੀ, ਸੁੱਖ ਨਾਲ ਜਿਉਂਦਾ ਰਹੇ ਭਾਈ, ਬਰਾਬਰ ਦੀ ਧਿਰ ਪੈਦਾ ਹੋ ਗਈ। ਪੁੱਤੀ ਭਾ, ਕੋਈ ਲਿਆਵੇ ਲੱਕੜੀਆਂ, ਕੋਈ ਲਿਆਵੇ ਘਾਹ। ਮੁੰਡੇ ਤਾਂ ਬਹੂ ਨੇ 2 ਜੰਮ ਦਿੱਤੇ, ਇਹ ਤਾਂ ਚੰਗੀ ਗੱਲ ਸੀ। ਇੱਕ ਦਾ ਕੀ ਹੈ, ਗੱਜਾ ਸੂੰਹ ਸੋਚਦਾ। ਕੱਲੀ ਹੋਵੇ ਨਾ ਵਣਾਂ 'ਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਇਕੱਲੇ ਇਕਹਿਰੇ ਬੰਦੇ ਨੂੰ ਤਾਂ ਸ਼ਰੀਕ ਝੱਟ ਹੀ ਤਕਾ ਲੈਂਦੇ ਹੈ। 2 ਭਰਾ ਹੋਣ ਤਾਂ ਅੜ ਕੇ ਖੜ ਜਾਣਗੇ। ਸਾਲਾ ਕੋਈ ਬੋਲ ਨਹੀਂ ਸਕਦਾ। ਖੇਤੀ ਦੇ ਕੰਮ 'ਚ 2 ਜਣਿਆਂ ਦੀ ਕਮਾਈ ਮਾਅਨੇ ਰੱਖਦੀ ਹੈ, ਕਿੱਥੇ ਇਕੱਲੇ ਦੀ ਕਮਾਈ। ਪਰ ਬਹੂ ਨੇ ਵਿੱਚੇ ਵਿੱਚ ਮੱਖਣ ਨੂੰ ਖਾ ਲਿਆ, ਜਿਵੇਂ ਉਹਨੂੰ ਸਬੂਤੇ ਨੂੰ ਨਿਗਲ ਚੁੱਕੀ ਹੋਵੇ। ਉਹ ਆਪਣੀ ਮਰਦਾਵੀ ਸ਼ਕਤੀ ਕਾਇਮ ਰੱਖਣ ਲਈ, ਸਗੋਂ ਮਰਦਾਵੀ ਸ਼ਕਤੀ ਵਧਾਉਣ ਲਈ ਪਹਿਲਾਂ ਫੀਮ ਖਾਂਦਾ ਸੀ, ਫਿਰ ਸ਼ਹਿਰੋਂ ਪੱਤੇ ਜਿਹੇ ਲਿਆਉਣ ਲੱਗਿਆ। ਪੱਤਾ ਮੁਕਾ ਕੇ ਕਾਗਜ਼ ਵਿਹੜੇ 'ਚ ਕਿਧਰੇ ਪਿਆ ਮਿਲਦਾ, ਕਦੇ ਕਿਸੇ ਲਾਲ ਪੱਤੇ ਦਾ ਕਾਗਜ਼, ਕਦੇ ਹਰੇ ਦਾ। ਗੱਜਾ ਸੂੰਹ ਨਾਮੋ ਨਾਲ ਗੱਲ ਕਰਦਾ ਤਾਂ ਉਹਨੂੰ ਇਹਨਾਂ ਪੱਤਿਆਂ ਦਾ ਕੋਈ ਇਲਮ ਨਹੀਂ ਹੁੰਦਾ ਸੀ। ਉਹ ਬਹੂ ਤੋਂ ਪੁੱਛਦੇ ਵੀ ਘਰ 'ਚ ਕਿਸੇ ਨੂੰ ਕੀ ਬਿਮਾਰੀ ਹੈ, ਕਾਹਦੀਆਂ ਗੋਲੀਆਂ ਹੁੰਦੀਆਂ ਨੇ। ਇਹਨਾਂ ਪੱਤਿਆਂ 'ਚ ਬਹੂ ਚੁੱਪ ਗੁੜੁਪ ਰਹਿੰਦੀ। ਕੁਛ ਦਿਨ ਵਿਹੜੇ 'ਚ ਪੱਤੇ ਡਿੱਗਣੋਂ ਹਟ ਜਾਂਦੇ, ਪਰ ਕਿਸੇ ਦਿਨ ਫੇਰ ਇਹ ਪੱਤਾ ਮਿਲਦਾ ਸੀ। ਇੱਕ ਦਿਨ ਇਹ ਪੱਤਾ ਚੁੱਕ ਕੇ ਗੱਜਾ ਸੂੰਹ ਪਿੰਡ ਦੇ RMP ਡਾਕਟਰ ਕੋਲ ਲੈ ਗਿਆ। ਪੱਤਾ ਡਾਕਟਰ ਦੇ ਹੱਥ 'ਚ ਦਿੱਤਾ ਤਾਂ ਉਹ ਪੱਤੇ ਨੂੰ ਉਲਟ ਪੁਲਟ ਕੇ ਦੇਖਣ ਲੱਗਿਆ। ਫਿਰ ਫੌਜੀ ਵੱਲ ਭੇਤ ਭਰੀਆਂ ਨਿਗਾਹਾਂ ਨਾਲ ਹੱਸ ਕੇ ਝਾਕਿਆ, ਤੂੰ ਹੌਲਦਾਰ ਆ, ਐਸ ਉਮਰ 'ਚ ਕੀ ਕਰਨੀਆਂ ਨੇ ਗੋਲੀਆਂ। ਓਏ ਭਾਈ, ਇਹ ਗੋਲੀਆਂ ਹਨ ਕਾਹਦੀਆਂ, ਮੈਂ ਤਾਂ ਪੁੱਛਣ ਆਇਆ। ਗੱਜਾ ਸੂੰਹ ਬੋਲਿਆ ਸੀ, ਇਹ ਮੁੰਡਿਆਂ ਖੁੰਡਿਆਂ ਦੀਆਂ ਗੱਲਾਂ ਹੁੰਦੀਆਂ ਨੇ ਫੌਜੀਆ, ਤੂੰ ਕੀ ਲੈਣਾ ਪੁੱਛ ਕੇ। ਡਾਕਟਰ ਨੇ ਪੱਤਾ ਪਾੜ ਕੇ ਪਰਾਂ ਸੁੱਟਤਾ। ਗੱਜਾ ਸੂੰਹ ਫਿਰ ਵੀ ਉਹਦੇ ਮੂੰਹ ਵੱਲ ਝਾਕੀ ਜਾ ਰਿਹਾ ਸੀ। ਡਾਕਟਰ ਨੇ ਸਿੱਧੇ ਲਫ਼ਜ਼ਾਂ 'ਚ ਦੱਸਿਆ, ਹੌਲਦਾਰ ਸਾਹਿਬ, ਇਹ ਸੈਕਸ ਦੀਆਂ ਗੋਲੀਆਂ ਹੁੰਦੀਆਂ ਨੇ, ਤਾਕਤ ਵਧਾਉਂਦੀਆਂ ਨੇ। ਅੱਜ ਕੱਲ੍ਹ ਦੇ ਨੌਜਵਾਨ ਖਾ ਕੇ ਸੈਕਸ ਕਰਦੇ ਆ, ਊਂ ਤਾਂ ਤੰਤ ਨਹੀਂ ਹੁੰਦਾ ਕਾਗਜ਼ੀ ਪਹਿਲਵਾਨਾਂ 'ਚ। ਅਤੇ ਫਿਰ ਪੁੱਛਿਆ, ਤੂੰ ਫੌਜੀ ਇਹ ਪੱਤਾ ਕਿੱਥੋਂ ਚੱਕ ਲਿਆ। ਗੱਜਾ ਸੂੰਹ ਬੋਲਿਆ ਨਹੀਂ, ਪਰ ਉਹ ਸਭ ਸਮਝੀ ਬੈਠਾ ਸੀ। ਸੁੰਨ ਜਿਹਾ ਹੋ ਕੇ ਘਰ ਨੂੰ ਮੁੜ ਆਇਆ। ਨਾਮੋ ਨੂੰ ਵੀ ਕੁਛ ਨਹੀਂ ਦੱਸਿਆ। ਜਿੱਦਣ ਦੀ 2 ਕਿੱਲੇ ਗਹਿਣੇ ਹੋਈ ਸੀ, ਗੱਜਾ ਸੂੰਹ ਨੂੰ ਵਿਆਜੂ ਪੈਸੇ ਲਏ ਬਗੈਰ ਫਿਰ ਵੀ ਸਰਿਆ ਨਹੀਂ। ਉਹ ਦੇਸਰਾਜ ਦੇ ਜਾਂਦਾ ਰਹਿੰਦਾ ਸੀ। ਕਿਸੇ ਸਾਲ
ਕੋਈ ਰਕਮ ਮੁੜਦੀ ਨਹੀਂ ਸੀ, ਸਗੋਂ ਹੋਰ ਵੱਧਦੀ ਰਹਿੰਦੀ। ਉਹਦੇ ਘਰ ਦੀ ਕਬੀਲਦਾਰੀ ਅੰਨਾ ਖੂਹ ਸੀ, ਜਿਸ 'ਚ ਜਿੰਨੀ ਮਰਜ਼ੀ ਮਿੱਟੀ ਸੁੱਟੀ ਜਾਓ ਖੂਹ ਭਰਦਾ ਹੀ ਨਹੀਂ ਸੀ। ਗੱਜਾ ਸੂੰ ਦੇ ਦਿਮਾਗ 'ਚ ਤੂਫਾਨ ਤਾਂ ਉਸ ਦਿਨ ਖੜਾ ਹੋਇਆ ਜਦੋਂ ਇੱਕ ਦਿਨ ਦੇਸਰਾਜ ਨੇ ਉਹਨੂੰ ਦੁਕਾਨ ਤੋਂ ਗਏ ਨੂੰ ਆਖਿਆ, ਫੌਜੀਆ, ਵਿਆਜੂ ਪੈਸਾ ਬਹੁਤ ਹੋ ਗਿਆ, ਇਹ ਤਾਂ ਇੱਥੋਂ ਉਤਰਨਾ ਤਾਂ ਹੈ ਨਹੀਂ। ਮੇਰਾ ਤਾਂ 3 ਲੱਖ ਵੀ ਸਮਝ ਡੁੱਬਿਆ ਪਿਆ ਤੇਰੇ 'ਚ। 2 ਕਿੱਲੇ ਗਹਿਣੇ ਦੀ ਕਮਾਈ ਤਾਂ ਮੈਨੂੰ ਕੱਖ ਵੀ ਪੱਲੇ ਨਹੀਂ ਪੈਂਦੀ। 3 ਲੱਖ 'ਚ ਹੋਣ ਵਾਲੀ ਵਿਆਜੂ ਰਕਮ ਜੋੜ ਕੇ ਇਹ 2 ਕਿੱਲੇ ਹੁਣ ਬੈ ਹੀ ਦੇ ਦੇ ਮੈਨੂੰ। ਹੋਰ ਪੈਸੇ ਲੈ ਲਾ, ਨਾਲੇ ਤੂੰ ਸੁਖਾਲਾ ਨਾਲੇ ਮੈਂ ਸੁਖਾਲਾ। ਗੱਜਾ ਸੂੰ ਦੇ ਸਿਰ 'ਚ ਜਿਵੇਂ 100 ਘੜਾ ਪਾਣੀ ਦਾ ਡੁੱਲ ਗਿਆ ਹੋਵੇ। ਉਹ ਮੁਰਦਾ ਹਾਲਤ 'ਚ ਪਿੰਡ ਵੜਿਆ। ਉਸ ਦਿਨ ਆਥਣ ਦੀ ਰੋਟੀ ਨਹੀਂ ਖਾਧੀ। ਨਾਮੋ ਨੂੰ ਕਿਹਾ ਕਿ ਉਹਦਾ ਚਿੱਤ ਰਾਜੀ ਨਹੀਂ। ਉਹ ਕਈ ਦਿਨਾਂ ਤੱਕ ਘਾਊ ਮਾਊ ਜਿਹਾ ਬਣਿਆ ਫਿਰਦਾ ਰਿਹਾ ਸੀ। ਨਾ ਘਰ 'ਚ ਜੀ ਲੱਗਦਾ, ਨਾ ਖੇਤ ਜਾ ਕੇ। ਮੁੜ ਕੇ ਕਦੇ ਉਹ ਬਠਿੰਡੇ ਦੇਸਰਾਜ ਦੀ ਦੁਕਾਨ 'ਤੇ ਨਹੀਂ ਗਿਆ। ਫਿਰ ਮਹੀਨੇ ਕੁ ਬਾਅਦ ਦੇਸਰਾਜ ਆਪ ਚਿੱਟੀ ਧੋਤੀ ਪਾ ਕੇ ਹੱਥ 'ਚ ਖੂੰਡੀ ਫੜ ਕੇ ਜਗਤਪੁਰ ਆਇਆ ਸੀ। ਗੱਜਾ ਸੂੰ ਉਸ ਦਿਨ ਖੇਤ ਨਹੀਂ ਗਿਆ ਸੀ। ਨਿਢਾਲ ਜਿਹਾ ਹੋਇਆ ਵਿਹੜੇ 'ਚ ਢਿੱਲੀ ਮੰਜੀ 'ਤੇ ਮੁਟਕੜੀ ਮਾਰੀ ਬੈਠਾ ਡੂੰਘੀਆਂ ਸੋਚਾਂ 'ਚ ਉਤਰ ਗਿਆ ਸੀ। ਇਹ ਦੇਸਰਾਜ ਨਹੀਂ ਸੀ, ਦੇਸਰਾਜ ਦਾ ਕੋਈ ਦਿਓ ਸੀ। ਪਹਿਲਾਂ ਤਾਂ ਦੇਸਰਾਜ ਨੇ ਨਾਮੋ ਤੋਂ ਚਾਹ ਪਾਣੀ ਪੀਤਾ। ਫਿਰ ਗੱਜਾ ਸੂੰ ਨੂੰ ਕਹਿਣ ਲੱਗਾ, ਤੂੰ ਭਾਈ ਮੁੜ ਕੇ ਬਠਿੰਡੇ ਆਇਆ ਹੀ ਨਾ। ਮੈਨੂੰ ਚੱਲ ਕੇ ਆਪ ਆਉਣਾ ਪਿਆ ਹੁਣ। ਮੇਰੀ ਸਾਰਖਰੀ ਸੁਣ ਲੈ, ਚੰਗੀ ਲੱਗੇ ਬੁਰੀ ਲੱਗੇ, ਗੱਲ ਤਾਂ ਆਖਣੀ ਪੈਂਦੀ ਹੈ। ਕਾਹਨੂੰ ਆਪਾਂ ਫਿਰ ਕੋਰਟ ਕਚਹਿਰੀਆਂ 'ਚ ਭੌਂਕਦੇ ਫਿਰਾਂਗੇ। ਪੁਲਿਸ ਤੈਨੂੰ ਵੀ ਲੁੱਟ ਕੇ ਖਾ ਜੂ, ਮੈਨੂੰ ਵੀ। ਤੂੰ ਇੱਕ ਦਿਨ ਬਠਿੰਡੇ ਆ ਜਾ ਮੇਰੇ ਭਾਈ, ਨਾਮਾ ਕਰ ਲੈਂਦੇ ਹਾਂ। ਪੈਸੇ ਹੋਰ ਲੈ ਆ, ਪੈਸਿਆਂ ਦੀ ਕੋਈ ਦਿੱਕਤ ਨਹੀਂ ਤੈਨੂੰ। ਜਦੋਂ ਆਪਣੀ ਬਣੀ ਆਈ ਹੈ, ਪਟਵਾਰੀ ਤੋਂ ਨੰਬਰ ਮੈਂ ਲੁਆ ਰੱਖੇ ਨੇ। ਤਹਿਸੀਲਦਾਰ ਦੇ ਰਜਿਸਟਰੀ ਕਰਾ ਲੈਂਦੇ ਹਾਂ 2 ਕਿੱਲਿਆਂ ਦੀ, ਨਾਲੇ ਤੂੰ ਸੁਖਾਲਾ ਨਾਲੇ ਮੈਂ ਸੁਖਾਲਾ। ਦੇਸਰਾਜ ਵਿਹੜੇ ਦੀ ਪੱਕੀ ਮਿੱਟੀ 'ਤੇ ਖੂੰਡੀ ਖੜਕਾਉਂਦਾ ਹੋਇਆ ਉਹਨਾਂ ਦੇ ਘਰੋਂ ਬਾਹਰ ਹੋ ਗਿਆ। ਸਾਰੀ ਉਮਰ ਦੀ ਕਮਾਈ ਨਾਲ ਜਿਹੜੀ 4 ਕਿੱਲੇ ਗੱਜਾ ਸੂੰ ਨੇ ਜ਼ਮੀਨ ਖਰੀਦੀ ਸੀ, ਉਹ ਹੁਣ ਕਿਸੇ ਹਾਲ ਵੀ ਉਹਨੂੰ ਵੇਚਣਾ ਨਹੀਂ ਚਾਹੁੰਦਾ ਸੀ। ਉਹਨੂੰ ਲੱਗ ਰਿਹਾ ਸੀ ਜਿਵੇਂ ਕੋਈ ਉਹਦੀ ਤੀਵੀਂ ਨਾਮੋ ਨੂੰ ਮੁੱਲ ਲੈਣ ਨੂੰ ਆਖਦਾ ਹੋਵੇ। ਮੁੰਡਾ ਮਰਿਆ ਮੁੱਕਿਆ ਪਿਆ, ਪੋਤੇ ਨੇ 2, ਉਹਨਾਂ ਦਾ ਉਹਨੂੰ ਕੀ ਹੇਜ। ਉਹਨਾਂ ਦੀ ਕਮਾਈ ਤਾਂ ਉਹਨੇ ਕਦੇ ਦੇਖਣੀ ਨਹੀਂ। ਗੱਜਾ ਸੂੰ ਦਾ ਉਸ ਦਿਨ ਆਥਣ ਤੱਕ ਕਿਧਰੇ ਜੀ ਨਹੀਂ ਲੱਗਿਆ, ਨਾ ਕੋਈ ਅੰਨ ਨਾ ਪਾਣੀ। ਉਹ ਬਿਨਾਂ ਕਿਸੇ ਨਾਲ ਕੋਈ ਗੱਲ ਕੀਤਿਆਂ ਮੰਜੇ 'ਤੇ ਪੈ ਗਿਆ, ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਅਗਲੇ ਦਿਨ ਸੂਰਜ ਚੜ੍ਹਨ ਤੋਂ ਬਹੁਤ ਪਹਿਲਾਂ ਉਹ ਪਤਾ ਨਹੀਂ ਕਦੋਂ ਘਰੋਂ ਉੱਠ ਕੇ ਲਸਾੜਾ ਡਰੇਨ ਦੇ ਪੁਲ ਵੱਲ ਤੁਰ ਗਿਆ ਸੀ। ਘਰ ਦੀ ਬੈਠਕ 'ਚ ਉਹਦੇ ਸਿਰਹਾਣੇ ਥੱਲਿਓਂ ਇੱਕ ਪਰਚੀ ਨਿਕਲੀ, ਜਿਸ 'ਤੇ ਮੋਟੇ-ਮੋਟੇ ਪੰਜਾਬੀ ਅੱਖਰਾਂ 'ਚ ਲਿਖਿਆ ਸੀ, ਮੇਰੀ ਮੌਤ ਦਾ ਕਾਰਨ ਦੇਸਰਾਜ ਆੜ੍ਹਤੀਆ ਹੈ। ਥੱਲੇ ਗੱਜਾ ਸਿੰਘ ਦੇ ਦਸਖਤ ਸੀ। ਅੰਗ 42ਵਾਂ। ਜਗਤਪੁਰ ਪਿੰਡ ਨੂੰ ਰਾਮਾ ਮੰਡੀ ਥਾਣਾ ਲੱਗਦਾ ਸੀ। ਉੱਥੇ ਸਿਵਲ ਹਸਪਤਾਲ ਵੀ ਸੀ, ਜਿੱਥੇ ਸ਼ੱਕੀ ਮੌਤਾਂ ਦੇ ਪੋਸਟਮਾਰਟਮ ਹੁੰਦੇ। ਗੱਜਾ ਸੂੰ ਦੀ ਲਾਸ਼ ਪੁਲਿਸ ਵਾਲੇ ਟਰੱਕ 'ਚ ਲਦਵਾ ਕੇ ਰਾਮਾ ਮੰਡੀ ਲੈ ਗਏ। ਮੱਖਣ ਸਿੰਘ ਨੇ FIR ਲਿਖਵਾਈ ਸੀ ਕਿ ਉਹਦੇ ਬਾਪ ਨੇ ਖੁਦਕੁਸ਼ੀ ਕੀਤੀ ਹੈ। ਘਰ 'ਚ ਝਗੜਾ ਕੋਈ ਨਹੀਂ ਹੋਇਆ। ਮੱਖਣ ਨਾਲ ਸੌਦਾਗਰ ਸਿੰਘ ਸਰਪੰਚ ਤੋਂ ਇਲਾਵਾ ਹੋਰ ਪੰਚਾਇਤ ਮੈਂਬਰ ਵੀ ਗਏ ਸੀ। ਨੌਜਵਾਨ ਸਭਾ ਵਾਲੇ ਵੀ ਸੀ। ਆਖਰ ਮੱਖਣ ਸਿੰਘ ਨੌਜਵਾਨ ਸਭਾ ਦਾ ਪੁਰਾਣਾ ਸਰਗਰਮ ਮੈਂਬਰ ਸੀ ਤੇ ਪੰਚਾਇਤ ਮੈਂਬਰ ਵੀ ਰਹਿ ਚੁੱਕਿਆ ਸੀ। ਗੱਜਾ ਸੂੰ ਦੇ ਸਿਰਹਾਣੇ ਥੱਲਿਓਂ ਨਿਕਲੀ ਉਹਦੇ ਆਪਣੇ ਹੱਥਾਂ ਦੀ ਲਿਖੀ ਪਰਚੀ ਸਭ ਤੋਂ ਪਹਿਲਾਂ ਉਹਦੀ ਘਰ ਵਾਲੀ ਨਾਮੋ ਦੇ ਹੱਥ ਲੱਗੀ ਸੀ। ਨਾਮੋ ਤਾਂ ਅਨਪੜ੍ਹ ਸੀ। ਮੱਖਣ ਦੀ ਬਹੂ ਨੇ ਪਰਚੀ ਪੜ੍ਹੀ ਸੀ ਤੇ ਫਿਰ ਇਹ ਪਰਚੀ ਨਾਮੋ ਨੇ ਸੌਦਾਗਰ ਸਿੰਘ ਸਰਪੰਚ ਨੂੰ ਦੇ ਦਿੱਤੀ। ਜਦੋਂ ਉਹ ਇਕੱਠ ਬੰਨ੍ਹ ਕੇ ਗੱਜਾ ਸਿੰਘ ਦੀ ਲਾਸ਼ ਦੇ ਨਾਲ ਰਾਮਾ ਮੰਡੀ ਗਏ ਤਾਂ ਸਰਪੰਚ ਜਾਂਦਾ ਹੋਇਆ ਇਹ ਪਰਚੀ ਆਪਣੇ ਨਾਲ ਲੈ ਗਿਆ। ਪਰਚੀ ਪੁਲਿਸ ਨੂੰ ਦਿਖਾਈ ਸੀ। ਸੌਦਾਗਰ ਸਿੰਘ ਨੇ ਰਾਮਾ ਮੰਡੀ ਜਾ ਕੇ ਉਸ ਪਰਚੀ ਦੀਆਂ 15-20 ਕਾਪੀਆਂ ਫੋਟੋਸਟੇਟ ਕਰਵਾ ਲਈਆਂ। ਪੋਸਟਮਾਰਟਮ ਤੋਂ ਬਾਅਦ ਲਾਸ਼ ਜਦੋਂ ਟਰੱਕ 'ਚ ਪਾ ਕੇ ਪਿੰਡ ਨੂੰ ਲਿਜਾਣ ਲੱਗੇ ਤਾਂ ਉਹਨਾਂ ਨੂੰ ਰਾਮਾ ਮੰਡੀ ਦੇ ਪੱਤਰਕਾਰਾਂ ਨੇ ਘੇਰ ਲਿਆ। ਇਹ ਇੱਕ ਕਿਸਾਨ ਦੀ ਖੁਦਕੁਸ਼ੀ ਦਾ ਮਾਮਲਾ ਸੀ। ਖਬਰ ਤਾਂ ਬਣਦੀ ਸੀ। ਕਿਸਾਨ ਆੜ੍ਹਤੀਏ ਹੱਥੋਂ ਤੰਗ ਆ ਕੇ ਖੁਦਕੁਸ਼ੀ ਕਰ ਗਿਆ ਸੀ। ਕੈਮਰੇ ਵਾਲਿਆਂ ਨੇ ਉਹਦੀ ਹੱਥ ਦੀ ਪਰਚੀ ਦੀ ਫੋਟੋ ਵੀ ਲਈ ਸੀ। ਗੱਜਾ ਸੂੰ ਦੀ ਖੁਦਕੁਸ਼ੀ ਸੁਣ ਕੇ ਰਾਮਾ ਮੰਡੀ 'ਚ ਖਬਰ ਜੰਗਲ ਦੀ ਅੱਗ ਵਾਂਗ ਫੈਲੀ। ਭਾਰਤੀ ਕਿਸਾਨ ਯੂਨੀਅਨ ਵਾਲੇ ਵੀ ਪਤਾ ਨਹੀਂ ਕਿੱਧਰੋਂ ਹੀ ਆ ਉਤਰੇ ਤੇ ਫਿਰ ਪੱਤਰਕਾਰ ਤੇ ਭਾਰਤੀ ਕਿਸਾਨ ਯੂਨੀਅਨ ਵਾਲੇ ਲਾਸ਼ ਦੇ ਨਾਲ ਹੀ ਆਪਣੇ ਸਕੂਟਰ ਮੋਟਰਸਾਈਕਲਾਂ 'ਤੇ ਜਗਤਪੁਰ ਪਹੁੰਚੇ ਸੀ। ਦਿਨ ਹਾਲੇ ਖੜਾ ਹੀ ਸੀ। ਗੱਜਾ ਸੂੰ ਦੀ ਖਬਰ ਸਾਰੇ ਪਿੰਡ 'ਚ ਦਿਨ ਭਰ ਧੁਖਦੀ ਰਹੀ ਸੀ। ਗੱਜਾ ਸੂੰ ਦੇ ਦਾਹ ਸੰਸਕਾਰ ਵੇਲੇ ਲੋਕਾਂ ਦਾ ਇੰਨਾ ਇਕੱਠ ਸੀ ਕਿ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ।
ਦਾਹ ਸੰਸਕਾਰ ਤਾਂ ਛੇਤੀ ਮੁੱਕ ਗਿਆ। ਉੱਥੇ ਸਿਵਿਆਂ 'ਚ ਇੱਕ ਪਾਸੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਵਾਲਿਆਂ ਨੇ ਇੱਕ ਛੋਟਾ ਜਿਹਾ ਜਲਸਾ ਕੀਤਾ, ਜਿਸ 'ਚ 5-7 ਬੰਦਿਆਂ ਨੇ ਸੰਖੇਪ ਜਿਹੇ ਭਾਸ਼ਣ ਦਿੱਤੇ। ਸਰਪੰਚ ਸੁਦਾਗਰ ਸਿੰਘ ਵੀ ਬੋਲਿਆ ਸੀ। ਪਿੰਡ ਦੀ ਨੌਜਵਾਨ ਸਭਾ ਦੇ 2 ਮੈਂਬਰ ਵੀ ਬੋਲੇ। ਸਾਰੇ ਇੱਕ ਆਵਾਜ਼ ਹੋ ਕੇ ਆਖ ਰਹੇ ਸੀ ਕਿ ਇਹ ਖੁਦਕੁਸ਼ੀ ਇੱਕ ਕਤਲ ਕੇਸ ਬਣਦਾ ਹੈ। ਸਰਕਾਰ ਨੂੰ ਚਾਹੀਦਾ ਹੈ ਦੇਸ ਰਾਜ ਆੜ੍ਹਤੀਏ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਤੇ ਉਹਦੇ ਉੱਤੇ ਕਤਲ ਦਾ ਮੁਕੱਦਮਾ ਦਾਇਰ ਕੀਤਾ ਜਾਏ। ਤੜਕੇ ਲਗਭਗ ਸਾਰੀਆਂ ਹਿੰਦੀ ਪੰਜਾਬੀ ਅਖਬਾਰਾਂ ਨੇ ਫੋਟੋਆਂ ਸਮੇਤ ਇਹ ਖਬਰ ਵੱਡੀ ਸੁਰਖੀ ਲਾ ਕੇ ਛਾਪੀ। ਗੱਜਾ ਸੂੰ ਦੀ ਪਰਚੀ ਦੀ ਇਬਾਰਤ ਅਖਬਾਰਾਂ 'ਚ ਵੀ ਛਪੀ ਸੀ। ਗੱਜਾ ਸੂੰ ਦੇ ਭੋਗ ਤੱਕ ਕਿਸਾਨ ਯੂਨੀਅਨ ਦੇ ਕਈ ਆਗੂ ਉਹਨਾਂ ਦੇ ਘਰ ਆਏ, ਗੱਲਾਂ ਕੀਤੀਆਂ। ਅਫਸੋਸ ਕਰਨ ਆਏ ਲੋਕਾਂ ਨੂੰ ਦੇਖ ਕੇ ਮੱਖਣ ਹੁਣ ਕੁਝ ਸੰਭਲਿਆ ਹੋਇਆ ਸੀ। ਪਹਿਲਾਂ ਵਾਂਗ ਨਸ਼ੇ ਪੱਤੇ ਨਹੀਂ ਕਰਦਾ ਸੀ, ਬਸ ਸਰੀਰ ਤਕੜਾ ਜਿਹਾ ਰੱਖਣ ਖਾਤਰ ਫੀਮ ਦਾ ਕੰਡਾ ਜ਼ਰੂਰ ਲੈਂਦਾ। ਉਹ ਨਸ਼ੇ ਪੱਤੇ ਵੀ ਸ਼ੌਕ ਨਾਲ ਹੀ ਕਰਦਾ ਸੀ। ਐਡਾ ਐਬੀ ਅਜੇ ਨਹੀਂ ਬਣਿਆ ਸੀ। ਹੁਣ ਬਾਪ ਮਰੇ ਤੋਂ ਪੱਤੇ ਖਾਣੇ ਉਹ ਬਿਲਕੁਲ ਹੀ ਛੱਡੀ ਬੈਠਾ ਸੀ। ਉਹਦੇ ਸਰੀਰ ਨੂੰ ਕੋਈ ਖਾਸ ਫਰਕ ਨਹੀਂ ਪਿਆ, ਨਾ ਹੀ ਤੋੜ ਲੱਗਦੀ। ਉਹ ਫੀਮ ਦਾ ਵੀ ਐਡਾ ਆਦੀ ਨਹੀਂ ਸੀ, ਨਾ ਖਾਂਦਾ ਤਾਂ ਸਰੀ ਜਾਂਦਾ। ਫੀਮ ਤਾਂ ਉਹ ਖੇਤਾਂ 'ਚ ਕੰਮ ਕਰਨ ਕਰਕੇ ਖਾਂਦਾ ਸੀ ਜਾਂ ਪਹਿਲਾਂ ਤੀਵੀਂ ਕਰਕੇ, ਜਦੋਂ ਨਵੀਂ ਆਈ ਸੀ। ਹੁਣ ਉਹਨੂੰ ਭੋਗ ਤੱਕ ਸਵੇਰੇ ਸਦਿਆਂ ਉੱਠਣਾ ਪੈਂਦਾ। ਇੱਧਰ ਉੱਧਰ ਕਿਧਰੇ ਜਾਣਾ ਵੀ ਹੁੰਦਾ ਸੀ। ਕਾਣਾ ਮਕਾਣਾ ਆ ਰਹੀਆਂ ਸੀ। ਅਫਸੋਸ ਕਰਨ ਵਾਲੇ ਤੜਕੇ ਹੀ ਆ ਬੈਠਦੇ। ਇਸ ਕਰਕੇ ਫੀਮ ਤਾਂ ਹੁਣ ਵੀ ਖਾਂਦਾ। ਨਾਮੋ ਨੂੰ ਤਾਂ ਪਤਾ ਸੀ, ਮੱਖਣ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਉਹਨਾਂ ਦੀ 2 ਕਿੱਲੇ ਜ਼ਮੀਨ ਦੇਸ ਰਾਜ ਆੜ੍ਹਤੀਏ ਗਹਿਣੇ ਲਈ ਬੈਠਾ ਹੈ ਤੇ ਲਿਖਤ ਪੱਕੇ ਅਸਟਾਮ ਉੱਤੇ ਕਰਾਈ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਦੇ 2 ਬੰਦੇ ਤੇ ਪਿੰਡ ਦੀ ਨੌਜਵਾਨ ਸਭਾ ਦੇ 4-5 ਮੁੰਡੇ ਬਠਿੰਡੇ ਦੇਸ ਰਾਜ ਦੀ ਦੁਕਾਨ 'ਤੇ ਗਏ। ਉਹਦੇ ਨਾਲ ਧੀਮੇ ਮਤੇ 'ਚ ਗੱਲਾਂ ਕੀਤੀਆਂ। ਉਹ 2 ਕਿੱਲੇ ਗਹਿਣੇ ਵਾਲੀ ਗੱਲ ਬਾਹਰ ਆਈ ਸੀ, ਨਹੀਂ ਤਾਂ ਕਿਸੇ ਨੂੰ ਕੀ ਪਤਾ ਸੀ। ਇਹ 2 ਕਿੱਲੇ ਤਾਂ ਗੱਜਾ ਸੂੰ ਆਪ ਹੀ ਵਾਹੁੰਦਾ ਬੀਜਦਾ ਤੇ ਦੇਸ ਰਾਜ ਨੂੰ ਹਿੱਸਾ ਭੇਜਦਾ। ਦੇਸ ਰਾਜ ਨੇ ਇਹ ਵੀ ਦੱਸਿਆ ਕਿ ਗੱਜਾ ਸੂੰ ਦੇ ਨਾਂ ਉਹਦੀ ਵਹੀ ਤੇ 1 ਲੱਖ ਤੋਂ ਵੱਧ ਹੋਰ ਵਿਆਜੂ ਪੈਸਾ ਗਿਆ ਹੋਇਆ ਹੈ। ਉਹ ਹਰ ਛਮਾਈ ਨਾਮਾ ਕਰਕੇ ਜਾਂਦਾ ਸੀ। ਇਹ ਗੱਲਾਂ ਜ਼ੁਬਾਨੀ ਕਲਾਮੀ ਹੋਈਆਂ ਸੀ। ਦੇਸ ਰਾਜ ਨੇ ਤਾਂ ਉਹਨਾਂ ਨੂੰ ਨਾ ਗਹਿਣੇ ਦਾ ਅਸ਼ਟਾਮ ਦਿਖਾਇਆ ਸੀ, ਨਾ ਬਹੀ। ਬਹਾਨੇ ਜੇ ਮਾਰਦਾ ਰਿਹਾ ਸੀ, ਆਖ ਰਿਹਾ ਸੀ ਕਿ ਮੌਕਾ ਪੈਣ 'ਤੇ ਉਹ ਅਸ਼ਟਾਮ ਤੇ ਬਹੀ ਵੀ ਪੇਸ਼ ਕਰ ਦੇਗਾ। ਜਿੱਦਣ ਤੂੰ ਜਗਤਪੁਰ ਗਿਆ, ਕੀ ਆਖ ਆਇਆ ਗੱਜਾ ਸੂੰ ਨੂੰ ਬਈ ਉਹ ਮਰ ਹੀ ਗਿਆ? ਇੱਕ ਕਿਸਾਨ ਆਗੂ ਨੇ ਸਿੱਧਾ ਸਵਾਲ ਕੀਤਾ। ਨਾ, ਮੈਂ ਤਾਂ ਕੁਛ ਨਹੀਂ ਕਿਹਾ ਉਹਨੂੰ। ਦੇਸ ਰਾਜ ਨੇ ਹੱਥ ਜੋੜੇ ਤੇ ਫਿਰ ਦੱਸਿਆ ਕਿ ਉਹਨੇ ਤਾਂ ਸਿਰਫ ਇੰਨਾ ਆਖਿਆ ਸੀ ਵੀ ਗੱਜਾ ਸਿਆਂ, ਮੈਂ ਜ਼ਮੀਨ ਗਹਿਣੇ ਰੱਖ ਕੇ ਕੀ ਕਰਨੀ ਹੈ? ਤੂੰ ਔਖਾ ਸੁਖਾਲਾ ਰਕਮ ਮੋੜਨ ਦਾ ਬੰਦੋਬਸਤ ਕਰ, ਕੋਈ ਹੌਲੀ ਹੌਲੀ ਮੋੜੀ ਜਾ, ਥੋੜਾ ਘਣਾ ਹਾੜੀ ਸੋਣੀ। ਤੇ ਤੂੰ ਉਹਨੂੰ 2 ਕਿੱਲੇ ਬੈਅ ਕਰਨ ਨੂੰ ਕਿਹਾ? ਨਾ, ਜਮਾ ਨਹੀਂ ਕਿਹਾ। ਗਊ ਖਾਵਾਂ ਜੇ ਮੈਂ ਝੂਠ ਬੋਲਦਾ ਹੋਵਾਂ। ਦੇਸ ਰਾਜ ਨੇ ਫਿਰ ਹੱਥ ਜੋੜੇ। ਤੇ ਤੂੰ ਜੋ ਉਹਨੂੰ ਆਖ ਕੇ ਆਇਆ ਹੈ, ਉਹਦੇ ਕਰਕੇ ਜਾਨ ਦਿੱਤੀ ਹੈ ਗੱਜਾ ਸੂੰ ਨੇ। ਉਹਦੀ ਘਰ ਵਾਲੀ ਨਾਮੋ ਨੇ ਸਭ ਸੁਣਿਆ। ਉਹ ਤਾਂ ਜਿਉਂਦੀ ਬੈਠੀ ਹੈ। ਉਹ ਸਭ ਭਰੇ ਪੀਤੇ ਦੇਸ ਰਾਜ ਦੀ ਦੁਕਾਨ ਤੋਂ ਵਾਪਸ ਮੁੜ ਆਏ ਸਨ। ਇੰਨੀ ਗੱਲ ਤਾਂ ਪੱਕ ਹੋ ਗਈ ਸੀ ਕਿ 3 ਲੱਖ 'ਚ ਗੱਜਾ ਸੂੰ ਦੀ 2 ਕਿੱਲੇ ਦੇਸ ਰਾਜ ਕੋਲ ਗਹਿਣੇ ਹੈ ਤੇ ਲੱਖ ਤੋਂ ਉੱਤੇ ਵਿਆਜੂ ਰੁਪਈਆ ਹੋਰ ਚੱਲਦਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ 'ਚ ਗੱਜਾ ਸਿੰਘ ਦਾ ਭੋਗ ਪਾਇਆ ਗਿਆ। ਅੰਤਿਮ ਅਰਦਾਸ ਤੋਂ ਬਾਅਦ ਕਿੰਨੇ ਸਾਰੇ ਕਿਸਾਨ ਆਗੂਆਂ ਤੇ ਨੌਜਵਾਨ ਸਭਾ ਦੇ ਮੈਂਬਰਾਂ ਨੇ ਪੰਚਾਇਤ ਵੱਲੋਂ ਸੁਦਾਗਰ ਸਿੰਘ ਸਰਪੰਚ ਨੇ ਸ਼ਰਧਾਂਜਲੀ ਭੇਟ ਕੀਤੀ। ਗੱਜਾ ਸਿੰਘ ਦੇ ਗੁਣਾਂ ਦੀ ਚਰਚਾ ਕਰਨ ਤੋਂ ਬਾਅਦ ਹਰ ਕੋਈ ਇਹੀ ਆਖਦਾ ਸੀ ਕਿ ਕਰਜ਼ਾਈ ਹੋਣ ਕਰਕੇ ਤੇ ਆੜ੍ਹਤੀਏ ਦੀ ਧਮਕੀ ਕਾਰਨ ਉਹਨੇ ਆਤਮ ਹੱਤਿਆ ਕੀਤੀ ਹੈ। ਕਾਨੂੰਨ ਦੀ ਕਿਸੇ ਧਾਰਾ ਅਨੁਸਾਰ ਇਹ ਕਤਲ ਦਾ ਕੇਸ ਬਣਦਾ ਹੈ। ਦੇਸ ਰਾਜ ਆੜ੍ਹਤੀਏ ਵਿਰੁੱਧ ਸਰਕਾਰ ਵੱਲੋਂ ਕਤਲ ਦਾ ਕੇਸ ਦਾਇਰ ਕੀਤਾ ਜਾਏ ਤੇ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਭੋਗ ਵਾਲੇ ਦਿਨ ਹੌਲਦਾਰ ਗੱਜਾ ਸਿੰਘ ਦੀ ਵੱਡੀ ਫੋਟੋ ਫਰੇਮ ਕਰਾ ਕੇ ਸਾਹਮਣੇ ਰੱਖੀ ਹੋਈ ਸੀ। ਇਸ ਫੋਟੋ ਦੇ ਨਾਲ ਇੱਕ ਫਰੇਮ ਹੋਰ ਵੀ ਸੀ, ਜਿਸ 'ਚ ਉਸ ਪਰਚੀ ਦੀ ਵੱਡੀ ਅੱਖਰਾਂ 'ਚ ਫੋਟੋਸਟੇਟ ਕਾਪੀ ਸੀ। ਲਿਖਿਆ ਸੀ, ਮੇਰੀ ਮੌਤ ਦਾ ਕਾਰਨ ਦੇਸ ਰਾਜ ਆੜ੍ਹਤੀਆ ਹੈ। ਸ਼ਰਧਾਂਜਲੀਆਂ ਵੇਲੇ ਜਦੋਂ ਹੀ ਕੋਈ ਬੁਲਾਰਾ ਕਤਲ ਕੇਸ ਦੀ ਗੱਲ ਕਰਦਾ ਤਾਂ ਇਸ ਫੋਟੋਸਟੇਟ ਕਾਪੀ ਦੇ ਫਰੇਮ ਵੱਲ ਇਸ਼ਾਰਾ ਜ਼ਰੂਰ ਕਰਦਾ। ਧੰਨਵਾਦ। ਚੱਲਦਾ।